इन्हां दे विच इहो जिहियां करतूतां असीं सुणीआं आ मसीही आगूआं दियां, शर्म आउंदी उन्हां नूं दस्सण लग्गिआं। कुछ ही दिनां दे विच विदिन 1 मंथ, 1 महीने दे विच तुसीं लोकां दे सिरां ते हत्थ रखण नूं 25-25 हज़ार फीसां रखियां। तुसीं हुण अपने हत्थां नूं बचा लिओ किते कीड़े ना पै जाण। ਇਹੋ ਜਿਹੇ हर बंदे दा ओपन डोर चर्च जीसस हीलिंग मिनिस्ट्री बायकाट करदी है ਜਿਹੜਾ पवित्र बाइबल के अनुसार नहीं चलदा। ਅਸੀਂ 1% भी उन्हां दे नाल ना खड़े आ, ना सहमत आ। भावें ਉਹ जो मर्जी होण, भावें उन्हां ने चिट्टे बाणे पाए होण, भावें उन्हां ने काले बाणे पाए होण, ते भावें उन्हां दे काम लोकां दी अखां 'च लख चंगे होण। ਜਿਹੜੇ काम उन्हां दे साडे परमेश्वर दी अख विच चंगे नहीं, ਅਸੀਂ ਇਹੋ ਜਿਹੇ ਬੰਦਿਆਂ ਦਾ ਕੋਈ साथ नहीं दिंदे। ना सानू कहण लग्या संग आ, ना सानू कहण लग्या शर्म आ। और तुसी बलाम दी पूजा करन वाले लोग तुसी मसीह यसू दा नाम बदनाम करदे आ। ओने अपने भी बथेरे खड़े कीते आ जेड़े तुहाडे प्रति अखां खोलण लोकां दियां। एक भैन आई बेचारी रोंदी नहीं चरी जांदी सीगी। 25 लाख उजाड़ चुकी, 25 लाख प्रूफ है ਉਹਦੇ ਕੋਲ। और ਉਹਨੂੰ ਧਮਕੀ ਦਿੱਤੀ ਜਾਂਦੀ, ਜਦੋਂ ਉਹ ਪੈਸੇ ਮੰਗਦੀ ਉਹਨੂੰ ਧਮਕੀ ਦਿੱਤੀ ਜਾਂਦੀ, ਕਹਿੰਦੇ ਤੂੰ ਕਰਕੇ ਦੇਖ ਚਿੱਟੇ ਦਾ ਕੇਸ ਪਾ ਕੇ ਤੈਨੂੰ ਅੰਦਰ ਨਾ ਕਰਾ ਦਿੱਤਾ ਤਾਂ ਆਖੀ। ਇਹੋ ਜਿਹੇ ਲੋਕ ਸਵਰਗ ਨੂੰ ਜਾਣਗੇ? ਨਰਕ ਦੇ ਵਿੱਚ ਵੈਲਕਮ ਦਾ ਬੋਰਡ ਲੱਗਾ ਉਹਨਾਂ ਦੇ ਲਈ। ਉਹ ਵਿਚਾਰੀ ਵਿਧਵਾ ਔਰਤ ਰੋਟੀਆਂ ਵੀ ਆਤਰ ਆ ਇਸ ਵੇਲੇ, ਤੇ ਜਦੋਂ ਖਾਣਾ ਸੀ ਉਹਨੂੰ ਘਰੇ ਸੱਦ ਕੇ ਖਾਣੇ ਖਵਾਏ ਜਾਂਦੇ ਸੀਗੇ। ਉਜਾੜ ਕੇ ਰੱਖ ਦਿੱਤਾ ਉਸ ਔਰਤ ਨੂੰ। 3.5 खेत ਜ਼ਮੀਨ ਵੀ ਵਿਕ ਗਈ ਉਹਦੀ। ਠੀਕ ਆ, ਤੁਸੀਂ ਪਰਮੇਸ਼ਵਰ ਦੇ ਲਈ, ਕਲੀਸਿਆ ਦੇ ਲਈ ਹੈਕਲ ਬਣਾਉਣੀ ਚਾਹੁੰਦੇ ਆ, ਤੁਸੀਂ ਚਾਹੁੰਦੇ ਆ ਲੋਕੀ ਬਹਿਣ, ਉਹਨਾਂ ਦੀਆਂ ਸੁੱਖ ਸੁਵਿਧਾ ਹੋਣ। ਤੁਸੀਂ ਇਹਨੇ ਪਖੰਡ ਕਾਹਦੇ ਕਰਦੇ? ਮੂੰਹ ਨਾਲ ਮੰਗ ਲਓ ਬਈ ਆਪਾਂ ਨੂੰ ਫਲਾਣੇ ਕੰਮ ਦੇ ਲਈ ਪੈਸੇ ਚਾਹੀਦੇ ਆ। ਇੰਨੇ ਚਲਿੱਤਰ ਤਾਂ ਨਾ ਕਰੋ। ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਆ। ਉਹ ਲੋਕ ਜਿਹੜੇ ਅੱਜ ਇਸ ਆਵਾਜ਼ ਨੂੰ ਸੁਣ ਰਹੇ ਆ, ਅੱਜ ਇਸ ਪ੍ਰੋਗਰਾਮ ਦੇ ਬਾਅਦ ਦੇ ਵਿੱਚ ਜਦੋਂ ਖਤਮ ਹੋ ਜਾਏਗਾ, ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਸ਼ੁੱਕਰਵਾਰ ਨੂੰ ਪਾਸਟਰ ਦਿਓਲ ਜੀ ਲਾਈਵ ਗਏ ਸੀਗੇ। ਉਹਨਾਂ ਨੇ ਪਰਮੇਸ਼ਵਰ ਦੀ ਆਤਮਾ ਦੀ ਆਵਾਜ਼ ਨੂੰ ਬਾਖੂਬੀ ਲੋਕਾਂ ਦੇ ਅੱਗੇ ਰੱਖਿਆ। ਉਹਦਾ ਲਿੰਕ ਜਿਹੜਾ ਅਸੀਂ ਮੀਡੀਆ ਟੀਮ ਨੂੰ ਰਿਕੁਐਸਟ ਕਰਦੇ ਕਿ ਉਹ ਪੋਸਟ ਕਰ ਦੇਣ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਤੁਸੀਂ ਜ਼ਰੂਰ ਉਹ ਸੁਣਿਓ। ਜਿਹੜਾ ਵੀ ਬੰਦਾ ਚਾਹੁੰਦਾ ਆ ਕਿ ਮੈਂ ਸੱਚ ਦੇ ਪਿੱਛੇ ਚੱਲਾਂ, ਸੱਚਾਈ ਨੂੰ ਜਾਣਾ, ਸੱਚਾਈ ਮੈਨੂੰ ਆਜ਼ਾਦ ਕਰੇ, ਉਹ ਜ਼ਰੂਰ ਉਸ ਚੀਜ਼ ਨੂੰ ਸੁਣੇ। ਔਰ ਇਹੋ ਜਿਹਾ ਠੱਗਾਂ, ਚੋਰਾਂ, ਡਾਕੂਆਂ ਤੋਂ ਬਚ ਜਾਵੇ। ਵਚਨ 'ਚ ਕੀ ਲਿਖਿਆ? ਇੱਥੇ ਵੀ ਆਪਾਂ ਹੁਣੇ ਪੜ੍ਹ ਕੇ ਹਟੇ ਵੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਬਥੇਰਿਆਂ ਨੇ ਮੇਰਾ ਨਾਮ ਧਾਰ ਕੇ ਆਉਣਾ ਵੀ ਅਸੀਂ ਮਸੀਹ ਆ, ਵੀ ਉਹਨਾਂ ਨੇ ਬਾਹਲਿਆਂ ਨੂੰ ਭੁਲਾਵੇ 'ਚ ਪਾ ਦੇਣਾ। ਉਹ ਆ ਚੁੱਕੇ ਆ। ਉਹਨਾਂ ਦੇ ਸਿਰਾਂ ਤੇ ਸਿੰਘ ਨਹੀਂ ਲੱਗੇ, ਹੱਥਾਂ 'ਚ ਪਵਿੱਤਰ ਬਾਈਬਲ ਫੜੀ ਉਹਨਾਂ ਨੇ। ਧਿਆਨ ਰੱਖਿਓ, ਏਦਾਂ ਨਾ ਸੋਚਿਓ ਵੀ ਉਹਨਾਂ ਦੇ ਸਿਰਾਂ ਤੇ ਸਿੰਘ ਹੋਣੇ ਫਿਰ ਜਾ ਕੇ ਪਤਾ ਲੱਗਣਾ ਆ ਵੀ ਇਹ ਸ਼ੈਤਾਨ ਦੇ ਪੁਜਾਰੀ ਆ। ਉਹ ਤਾਂ ਚੰਗੇ ਭਲੇ ਜਿਹੜੇ ਪਰਮੇਸ਼ਵਰ ਦੇ ਦਾਸ ਆ, ਉਹਨਾਂ ਨਾਲੋਂ ਵੱਧ ਟੌਰ ਕੱਢਦੇ ਆ। ਉਹ ਵੱਧ ਆਇਤਾਂ ਬੋਲ ਬੋਲ ਕੇ ਗੱਲਾਂ ਕਰਦੇ ਆ ਭਰਮਾਉਣ ਨੂੰ। ਪਰ ਉਹਨਾਂ ਦਾ ਜਿਹੜਾ ਚਰਿੱਤਰ ਆ, ਜਿਹੜੀ ਉਹਨਾਂ ਦੀ ਚਾਲ ਆ, ਉਹ ਤੁਹਾਨੂੰ ਦੱਸੂ। ਕਿਉਂਕਿ ਵਚਨ ਦੇ ਵਿੱਚ ਲਿਖਿਆ ਹਰ ਰੁੱਖ ਆਪਣੇ ਫਲਾਂ ਤੋਂ ਸਿਆਣਿਆ ਜਾਂਦਾ ਆ। ਜਿਹੜਾ ਰੁੱਖ ਆ ਉਹ ਨਹੀਂ ਰੌਲਾ ਪਾਉਂਦਾ ਕਿਸੇ ਨੂੰ ਦੇਖ ਕੇ ਵੀ ਮੈਂ ਅੰਬ ਦਾ ਆ, ਮੈਂ ਅੰਬ ਦਾ। ਅੰਬ ਦੇਖ ਕੇ ਲੋਕੀ ਕਹਿੰਦੇ ਆ ਅੰਬ ਦਾ ਬੂਟਾ ਆ। ਜੇ ਫਲ ਨਾ ਲੱਗਾ ਹੋਵੇ ਮਾਲੀ ਨੂੰ ਪੁੱਛਦੇ ਆ ਭਲਾ ਕਾਹਦਾ ਬੂਟਾ ਆ। ਪਰ ਜੇ ਫਲ ਲੱਗਾ ਹੋਵੇ ਤਾਂ ਫਲ ਆਪਣੇ ਆਪ ਦੇ ਵਿੱਚ ਬਿਆਨ ਕਰਦਾ ਵੀ ਇਹ ਬੂਟਾ ਕਿਹੜਾ ਆ। ਤੁਸੀਂ ਫਲਾਂ ਨੂੰ ਦੇਖੋ ਵੀ ਉਹਨਾਂ ਨੂੰ ਮਸੀਹ ਵਾਲਾ ਫਲ ਲੱਗਾ ਕਿ ਸ਼ੈਤਾਨ ਵਾਲਾ ਫਲ ਲੱਗਾ ਆ। ਉਹਨਾਂ ਦੇ ਕੰਮ ਕਿਹੋ ਜਿਹੇ ਆ। ਕਿੰਨਿਆਂ ਨੇ ਆਣ ਕੇ ਦੱਸਿਆ ਉਹਨਾਂ ਦੀਆਂ ਕਰਤੂਤਾਂ ਨੂੰ। ਉਹ ਲੋਕੀ ਜਾਂਦੇ ਆ। ਇੱਕ ਤਾਂ ਬੰਦੇ ਦੀ ਕਰਤੂਤ ਇਹੋ ਜਿਹੀ, ਲੋਕਾਂ ਨੂੰ ਇਕੱਠੇ ਕੀਤਾ, ਪਾਣੀ ਦਾ ਗਲਾਸ ਲਿਆ, ਆਪਣੀ ਉਂਗਲ ਤੇ ਬਲੇਡ ਮਾਰਿਆ, ਗਲਾਸ 'ਚ ਲਹੂ ਦੇ ਤੁਬਕੇ ਪਾ ਦਿੱਤੇ। ਅੱਜ ਤੋਂ 7-8 ਸਾਲ ਪਹਿਲਾਂ ਦੀ ਘਟਨਾ ਉਹਨੇ ਦੱਸੀ। ਲੋਕੀ ਵੀ ਸੱਚਾਈ ਸੁਣ ਕੇ ਨਹੀਂ ਰਾਜੀ। ਇਹਨਾਂ ਨੂੰ ਟਿਕਾਣੇ ਬਦਲਣ ਦੀ ਬਾਹਲੀ ਆਦਤ ਆ। ਭੱਜੇ ਫਿਰਦੇ। ਤੁਸੀਂ ਉਦੋਂ ਮੋੜਨਾ ਜਦੋਂ ਤੁਹਾਡੇ ਰੋਟੀ ਖਾਣ ਨੂੰ ਨਾ ਰਹੀ। ਪਹਿਲਾਂ ਮੋੜਾਓ। ਅੱਜ ਪਰਮੇਸ਼ਵਰ ਤੁਹਾਨੂੰ ਮੋੜਨਾ ਚਾਹੁੰਦਾ ਆ। ਕਰਜ਼ਾਈ ਹੋ ਕੇ ਮੁੜਨ ਨਾਲੋਂ ਚੰਗਾ ਜੋ ਹੈਗਾ ਉਹਨੂੰ ਸਾਂਭ ਲਓ। ਉਸ ਬੰਦੇ ਨੇ, ਸ਼ੈਤਾਨ ਦੇ ਬੰਦੇ ਨੇ
शराकत आ। पाक शराकत की आ? शायरबानी आ। प्रभु यीशु मसीह का पवित्र लहू वो बख्शिया जाऊगा। वो बंदा जड़ा अपना लहू जड़ा है किसी नूं पवा रहा या प्या रहा आ, और वो बंदा जिन्हें दसिया कहना मैनू उल्टियां आउण लग गईयां, मैं भज आया उथों। फिर इन्हां दे काम जे बलाम नूं मन्नण वाले नहीं तो होर किहड़े इहो जे स्वर्गी फरिश्ते उतरे आ। लोकी इन्हां दे कोल जांदे आ, उन्हां नूं कहंदे आ तुहाडीआं धीआं भैणां दे पिछे फलाने रंग दा भूत लगा, टमकाने रंग दा भूत लगा। और वो लोकी सानू आण के दसदे जी साडे नियाणिਆਂ ने कदी दुष्ट आत्मे देखे नहीं सीगे, और जिद्दण दा इन्हां ने कहा सी उन्हां नूं कहा भी तुहाडे पिछे फलाना पादरी कहंदा भी दुष्ट आत्मा लगा आ, उदण दा कहंदे साडी कुड़ी नूं दुष्ट आत्मा दिखदा आ। जिद्दण दे कहंदे असीं इन्हां कोल जाण लगे साडे घर तो सानू डर आउंदा, साडे कारोबार बंद होण डे, साडे नियाणे ਜਿਹੜੇ ਉਹ ਚਰਚਾਂ ਨੂੰ ਆਉਣ ਨੂੰ ਤਿਆਰ ਨਹੀਂ ਆ। ਇਹ ਬਲਾਮ ਨੂੰ ਮੰਨਣ ਵਾਲੇ ਆ, ਔਰ ਬਲਾਮ ਦੇ ਉਹ ਪੂਜਕੋ ਏਲੀਆ ਦੀ ਇੱਕ ਪ੍ਰਾਰਥਨਾ ਦੇ ਨਾਲ ਸਵਰਗ ਚੋਂ ਅੱਗ ਉਤਰੀ ਤੇ ਬਲਦ ਨੂੰ ਚੱਟ ਕਰ ਗਈ। ਤੇ ਮੈਂ ਇਦਾਂ ਕਹਿੰਦੀ ਆ ਹੁਣ ਸਾਰੇ ਧਰਮੀ ਬੰਦੇ ਰਲ ਕੇ ਪ੍ਰਾਰਥਨਾ ਕਰ ਦੋ ਵੀ ਇਹੋ ਜੀ ਆਤਮਾ ਦੀ ਅੱਗ ਉਤਰੇ ਵੀ ਜਿੰਨੇ ਆ ਸਾਰੇ ਦੇ ਸਾਰੇ ਚੱਟ ਹੋ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ। ਭੋਲੇ ਭਾਲੇ ਲੋਕ ਬਚਾਏ ਜਾਣ। ਇਹਨਾਂ ਚੀਜ਼ਾਂ ਦੇ ਬਾਰੇ ਪਹਿਲਾਂ ਤੋਂ ਅਗਾਹ ਕੀਤਾ ਬਾਈਬਲ ਨੇ, ਪਰ ਇਹਨਾਂ ਦੇ ਜਾਲ 'ਚ ਫਸਦੇ ਕੌਣ ਆ? ਜਿਹੜੇ ਬਾਈਬਲ ਨੂੰ ਪੜ੍ਹਦੇ ਨਹੀਂ, ਜਿਹੜੇ ਪਵਿੱਤਰ ਬਾਈਬਲ ਨੂੰ ਸੁਣਦੇ ਨਹੀਂ। ਉਹਨਾਂ ਨੂੰ ਇਹ ਕੌੜੀ ਲੱਗਦੀ ਆ ਤੇ ਸੱਚਾ ਵਚਨ ਜੇ ਕੋਈ ਪ੍ਰਚਾਰ ਕਰਦਾ ਉਹ ਵੀ ਕੌੜਾ ਲੱਗਣਾ। ਅੱਜ ਉਹਨਾਂ ਦੇ ਮਿਰਚਾਂ ਬਹੁਤ ਲੱਗਣੀਆਂ ਜਿਨ੍ਹਾਂ ਦੇ ਫੱਟ ਲੱਗੇ ਆ ਕਰਕੇ। ਉੱਥੇ ਹੀ ਚੀਜ਼ ਪੈਣੀ ਆ, ਉੱਥੇ ਹੀ ਲੂਣ ਨੇ ਚੁਭਣਾ, ਉੱਥੇ ਹੀ ਸਾਬਣ ਨੇ ਲੱਗਣਾ ਤੇ ਉੱਥੇ ਹੀ ਮਿਰਚ ਨੇ ਲੱਗਣਾ ਜਿੱਥੇ ਚੀਰਾ ਆਇਆ ਆ, ਜਿੱਥੇ ਜ਼ਖਮ ਆ। ਤੇ ਜਿਨ੍ਹਾਂ ਦੇ ਜ਼ਖਮ ਹੋਏ ਆ ਨਾ ਸੁਧਰ ਜੋ। ਪਰਮੇਸ਼ਵਰ ਦੀ ਵਾਰਨਿੰਗ ਆ। ਬਹੁਤ ਸਾਰਿਆਂ ਦੀਆਂ ਢੇਰੀਆਂ ਲੱਗਣ ਵਾਲੀਆਂ ਆ, ਬਹੁਤ ਸਾਰਿਆਂ ਦੇ ਉੱਤੇ ਬਿਮਾਰੀਆਂ ਆ ਜਾਣੀਆਂ। ਇਹਨਾਂ ਦੇ ਉੱਤੇ ਬਚਾਏ ਜਾਇਓ। ਪਰਮੇਸ਼ਵਰ ਦੇ ਅੱਗੇ ਅਜੇ ਵੀ ਗੋਡੇ ਟੇਕ ਲਓ ਔਰ ਕਹਿਣਾ ਸ਼ੁਰੂ ਕਰ ਦਿਓ ਵੀ ਪ੍ਰਭੂ ਸਾਡਾ ਨਰਮਾਈ ਨਾਲ ਸੁਧਾਰ ਕਰੋ, ਔਰ ਸੱਚ ਨੂੰ ਜਿਹੜਾ ਆ ਉਹ ਤੁਸੀਂ ਮੰਨ ਲਵੋ ਤੇ ਸੱਚਾਈ ਨੂੰ ਹੀ ਬੋਲਣਾ ਸ਼ੁਰੂ ਕਰ ਦਿਓ। ਉਹ ਭੋਲੇ ਭਾਲੀ ਜਨਤਾ ਜਿਹੜੀ ਤੁਹਾਡੇ ਪਿੱਛੇ ਲੱਗੀ ਆ ਉਹ ਤੁਹਾਨੂੰ ਰੱਬ ਦੇ ਬੰਦੇ ਸਮਝ ਕੇ ਲੱਗੀ ਆ, ਉਹ ਤੁਹਾਨੂੰ ਭੂਤ ਨੇ ਸਮਝ ਕੇ ਨਹੀਂ ਲੱਗੀ। ਉਹਨਾਂ ਨੂੰ ਬਚ ਲੈਣ ਦਿਓ। ਹੋ ਸਕਦਾ ਉਹਨਾਂ ਦੇ ਬਚਾਏ ਜਾਣ ਕਰਕੇ ਤੁਹਾਡੇ ਉੱਤੇ ਪਰਮੇਸ਼ਵਰ ਦਾ ਤਰਸ ਆ ਜਾਵੇ। ਆਪਾਂ ਦੇਖਦੇ ਹਾਂ ਮੱਤੀ ਦੀ ਕਿਤਾਬ ਉਹਦਾ 23 ਨੰਬਰ ਅਧਿਆਇ ਤੇ ਉਹਦੀ 27 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਤਦ ਜੇ ਕੋਈ ਤੁਹਾਨੂੰ ਆਖੇ ਵੇਖੋ ਮਸੀਹ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਔਰ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ। ਇੰਨੇ ਵੱਡੇ ਕੰਮ ਇਹਨਾਂ ਨੇ ਕਰਨੇ, ਇੰਨੇ ਵੱਡੇ ਨਿਸ਼ਾਨ ਇਹਨਾਂ ਨੇ ਦਿਖਾਉਣੇ ਵੀ ਤੁਹਾਨੂੰ ਉਲਟੀਆਂ ਆ ਗਈਆਂ, ਫਲਾਨਾ ਹੋ ਗਿਆ, ਹੁਣੇ ਹੀ ਤੁਸੀਂ ਠੀਕ ਹੋ ਜਾਣਾ, ਲੰਗੜਿਆਂ ਨੇ ਤੁਰਨ ਲੱਗ ਜਾਣਾ, ਮੀਂਹ ਪੈਣ ਲੱਗ ਜਾਣੇ, ਹਨੇਰੀਆਂ ਆਉਣ ਲੱਗ ਜਾਣੀਆਂ। ਇੱਕ ਤੁਹਾਨੂੰ ਪੈਸੇ ਬੜੇ ਤੁਹਾਡੇ ਕਾਰਡਾਂ ਦੇ ਵਿੱਚ ਪੈਸੇ ਆਜੂ। 4-5 ਲੋਕੀ ਮੈਨੂੰ ਮਿਲੇ, ਮੈਂ ਕਿਹਾ ਤੁਸੀਂ ਜਾਣਦੇ ਸੀ ਤੁਹਾਡੇ ਕਿਸੇ ਦੇ ਕਾਰਡ 'ਚ ਪੈਸੇ ਆਏ? ਕਹਿੰਦੇ ਨਹੀਂ ਜੀ ਸਾਡੇ ਤਾਂ ਕਾਰਡ 'ਚ ਕੋਈ ਪੈਸਾ ਨਹੀਂ ਆਇਆ। ਮੈਂ ਕਿਹਾ ਤੁਹਾਡੇ ਨਾਲ ਪਾਦਰੀ ਗੁੱਸੇ ਸੀਗਾ, ਤੁਹਾਡੇ ਕਾਰਡ 'ਚ ਕਾਹਤੋਂ ਨਹੀਂ ਪੈਸੇ ਆਏ? ਪਰ ਇਹਨਾਂ ਨੇ ਇਹੋ ਜਿਹੇ ਕੰਮ ਕਰਨੇ ਆ ਜਿਹੜੇ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ। ਜਦੋਂ ਵੈਰੀ ਪ੍ਰਭੂ ਯਿਸੂ ਮਸੀਹ ਜੀ ਕੋਲ ਆਇਆ, ਜਦੋਂ ਪ੍ਰਭੂ ਯਿਸੂ ਮਸੀਹ 40 ਦਿਨਾਂ ਦਾ ਵਰਤ ਰੱਖ ਕੇ ਉਜਾੜ ਦੇ ਵਿੱਚ ਗਏ ਸੀਗੇ, ਉਹਨੇ ਕੀ ਦਿਖਾਇਆ ਸੀ ਪ੍ਰਭੂ ਯਿਸੂ ਮਸੀਹ ਨੂੰ? ਦੁਨੀਆ ਦੀ ਸ਼ਾਨੋ ਸ਼ੌਕਤ, ਦੁਨੀਆ ਦੀਆਂ ਚੀਜ਼ਾਂ, ਤਖਤੋ ਤਾਜ। ਕਹਿੰਦਾ ਮਾੜਾ ਜਿਹਾ ਸਿਰ ਝੁਕਾਉਣਾ ਆ, ਸਜਦਾ ਕਰਦੇ, ਕਹਿੰਦਾ ਸਾਰੀਆਂ ਬਾਦਸ਼ਾਹੀਆਂ ਤੈਨੂੰ ਦੇ ਦੂੰਗਾ। ਹਾਲਾਂਕਿ ਵੈਰੀ ਜਾਣਦਾ ਸੀ ਇਹ ਪਾਤਸ਼ਾਹਾਂ ਦਾ ਪਾਤਸ਼ਾਹ ਆ, ਫਿਰ ਵੀ ਪ੍ਰਭੂ ਯਿਸੂ ਮਸੀਹ ਹਲੀਮ ਬਣ ਕੇ ਆਏ ਸੀ ਇਸ ਸੰਸਾਰ ਤੇ, ਤਾਂ ਕਰਕੇ ਉਹਨੇ ਇਸ ਧਰਤੀ ਦੇ ਤਖਤੋ ਤਾਜ ਦਿਖਾਏ। ਅੱਜ ਇਹ ਤੁਹਾਨੂੰ ਕੀ ਦਿਖਾਉਂਦੇ ਆ? ਇਸ ਧਰਤੀ ਦੇ ਤਖਤੋ ਤਾਜ। ਤੁਸੀਂ ਫਲਾਨਾ ਇੰਨੀ ਰਕਮ ਦੇ ਕੇ ਸਾਡੇ ਤੋਂ ਪ੍ਰਾਰਥਨਾ ਕਰ ਲਓ ਤੁਹਾਡੀ ਤਰੱਕੀ ਹੋ ਜੂਗੀ। ਹੁਣ ਤੁਸੀਂ ਸਮਝ ਲਓ ਵੀ ਇਸ ਬੂਟੇ ਨੂੰ ਕਿਹੜਾ ਫਲ ਲੱਗਾ ਆ। ਇਹਨਾਂ ਨੂੰ ਉਹੀ ਫਲ ਲੱਗਾ ਜਿਹੜਾ ਫਲ ਲੈ ਕੇ ਸ਼ੈਤਾਨ ਪ੍ਰਭੂ ਯਿਸੂ ਮਸੀਹ ਦੇ ਕੋਲ ਗਿਆ ਸੀ ਜਿਸ ਦਿਨ ਉਹਨਾਂ ਦੀ ਫਾਸਟਿੰਗ ਓਵਰ ਹੋਣੀ ਸੀ। ਇਸ ਲਈ ਇਹਨਾਂ ਲਾਲਚੀਆਂ ਤੋਂ ਛੁੱਟ ਜਾਓ। ਇਹਨਾਂ ਨੇ ਉਜਾੜ ਦੇਣਾ, ਜੇ ਨਹੀਂ ਉਜੜਨਾ ਚਾਹੁੰਦੇ ਬਚ ਜਾਓ
ਆਜ਼ਾਦ ਹੋ ਜਾਓ। ਵਚਨ 'ਚ ਲਿਖਿਆ ਜੋ ਤੁਹਾਨੂੰ ਮੁਫਤ 'ਚ ਮਿਲਿਆ ਉਹ ਮੁਫਤ 'ਚ ਦਿਓ। ਪਰਮੇਸ਼ਵਰ ਦੇ ਦਾਸ ਨੂੰ, ਪ੍ਰਭੂ ਯਿਸੂ ਮਸੀਹ ਦੇ ਚੇਲੇ ਨੂੰ ਇੱਕ ਧਨੀ ਬੰਦੇ ਨੇ ਕੀ ਕਿਹਾ? ਕਹਿੰਦਾ ਜਿਹੜੀ ਸ਼ਕਤੀ ਦੇ ਨਾਲ ਤੁਸੀਂ ਲੋਕਾਂ ਨੂੰ ਚੰਗਿਆਂ ਕਰਦੇ, ਕਹਿੰਦਾ ਮੇਰੇ ਕੋਲੋਂ ਧਨ ਦੌਲਤ ਲੈ ਲਓ ਤੇ ਮੈਨੂੰ ਦੇ ਦਿਓ। ਉਹਨੇ ਕੀ ਕਿਹਾ? ਕਹਿੰਦਾ ਤੇਰੇ ਨਾਲ ਹੀ ਤੇਰਾ ਧਨ ਵੀ ਨਾਸ਼ ਹੋਵੇ। ਉਹਨਾਂ ਨੇ ਤਾਂ ਨਹੀਂ ਕਿਹਾ ਵੀ ਸਾਡੇ ਕੋਲ ਇੰਨਾ ਮਸਾ ਆ, ਇੰਨੇ ਲੈ ਕੇ ਆ ਜਾਓ ਫਿਰ ਪ੍ਰਾਰਥਨਾ ਕਰਾਂਗੇ। ਪੈਸੇ ਲੈ ਕੇ ਕੰਮ ਕੌਣ ਕਰਦਾ ਆ? ਇਹ ਯਹੂਦਾ ਇਸਕਰਿਓਤੀ ਦੀ ਅੰਸ਼ ਚੋਂ ਆ। ਇਹ ਯਿਸੂ ਨੂੰ ਵੈਰੀਆਂ ਦੇ ਹੱਥੀ ਫੜਾ ਰਹੇ ਆ। ਇਹ ਮਸੀਹੀ ਲੋਕਾਂ ਨੂੰ ਵੈਰੀ ਦੇ ਕੋਲ ਲੈ ਕੇ ਜਾ ਰਹੇ ਆ। ਨਾਲੇ ਤਾਂ ਉਹਨਾਂ ਕੋਲੋਂ ਧਨ ਲੈਂਦੇ ਆ ਔਰ ਨਾਲੇ ਉਹਨਾਂ ਦੇ ਲਈ ਨਰਕ ਦਾ ਬੂਹਾ ਖੋਲਦੇ ਆ। ਪਰ ਜੇਕਰ ਯਹੂਦਾ ਇਸਕਰਿਓਤੀ ਵੀ ਆਪਣੇ ਗੁਨਾਹ ਦਾ ਮੂੰਹ ਨਾਲ ਇਕਰਾਰ ਕਰ ਲੈਂਦਾ ਪ੍ਰਭੂ ਯਿਸੂ ਮਸੀਹ ਦੇ ਅੱਗੇ, ਮੈਨੂੰ ਏਦਾਂ ਜਾਪਦਾ ਉਹਨੇ ਬਚਾਏ ਜਾਣਾ ਸੀਗਾ। ਕਰਕੇ ਉਹ ਇੰਨਾ ਤਰਸ ਨਾਲ ਭਰਿਆ ਹੋਇਆ ਪਰਮੇਸ਼ਵਰ ਦਾ ਪੁੱਤਰ, ਜਿਹੜਾ ਕੁੱਲ ਜਗਤ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੇ ਲਈ ਤਿਆਰ ਹੋਇਆ, ਕੋਇਆ ਗਿਆ, ਬਲੀ ਦਾ ਲੇਲਾ ਬਣਿਆ, ਬਲੀਦਾਨ ਹੋਇਆ, ਕਿ ਉਹ ਯਹੂਦਾ ਨੂੰ ਮਾਫ ਨਾ ਕਰਦਾ। ਤੁਸੀਂ ਵੀ ਯਹੂਦਾ ਇਸਕਰਿਓਤੀਓ ਅੱਜ ਤੌਬਾ ਕਰ ਲੋ, ਅੱਜ ਆਪਣੇ ਗੁਨਾਹ ਦਾ ਇਕਰਾਰ ਕਰ ਲੋ। ਇਹੋ ਜਿਹੇ ਨਮੂਨੇ ਉੱਠੇ, ਕਹਿੰਦੇ ਸਾਨੂੰ ਪ੍ਰੋਫਿਟ ਕਹੋ ਤੇ ਤਾਂ ਜਾ ਕੇ ਭਵਿੱਖਬਾਣੀ ਮੂੰਹ ਚੋਂ ਨਿਕਲਣੀ ਆ। ਜੇ ਤੁਸੀਂ ਸਾਨੂੰ ਪਾਸਟਰ ਜੀ ਕਹੋਗੇ ਫਿਰ ਸਿਰਫ ਪਰਮੇਸ਼ਵਰ ਦਾ ਵਚਨ ਹੀ ਨਿਕਲਣਾ ਆ। ਹੱਦ ਹੋ ਗਈ ਇਹਨਾਂ ਵਾਲੀ। ਕਿਸੇ ਨੂੰ ਨਬੀ ਕਹਿਣ ਦੇ ਨਾਲ ਨਬੂਵਤ ਨਹੀਂ ਹੁੰਦੀ, ਨਬੂਵਤ ਦੀ ਸੇਲ ਨਹੀਂ ਲੱਗੀ। ਕਈਆਂ ਨੇ ਬੋਰਡ ਬਣਾਏ, ਆਓ ਜੀ ਤੁਹਾਡੇ ਲਈ ਨਬੂਵਤ ਕੀਤੀ ਜਾਊਗੀ। ਫੇਸਬੁੱਕ ਖੋਲੋ, ਉੱਥੇ ਕਿੰਨੇ ਜਾਣਿਆਂ ਨੇ ਲਿਖਿਆ ਅੱਜ 500 ਨਬੂਵਤ ਕੀਤੀਆਂ ਜਾਣੀਆਂ ਆ, ਅੱਜ ਇੰਨਾ ਮੇਰਾ ਟਾਰਗੇਟ ਆ। ਉਹਨਾਂ ਨੇ ਨਬੂਵਤ ਕੀ ਕਰਨੀ ਆ? ਬਲਾਮ ਦੇ ਆਤਮਾ ਨੇ ਦੇਖ ਦੇਖ ਕੇ ਚੀਜ਼ਾਂ ਦੱਸੀ ਜਾਣੀਆਂ। ਤੁਹਾਨੂੰ ਕਾਹਦੀ ਨਬੂਵਤ ਆ ਉਹ? ਅਰ ਤੁਹਾਨੂੰ ਉਹਨਾਂ ਨੇ ਭਰਮਾ ਲੈਣਾ, ਹਾਂਜੀ ਸਾਡੇ ਤਾਂ ਘਰੇ ਨੀਲੀ ਚਾਦਰ ਵਿਛੀ ਆ, ਸਾਡੀ ਤਾਂ ਫਰਿੱਜ ਦੇ ਉੱਤੇ ਫੁੱਲਾਂ ਵਾਲਾ ਜਿਹੜਾ ਆ ਉਹ ਕੁਛ ਲੱਗਾ ਆ, ਸਾਡੀਆਂ ਲਾਈਟਾਂ ਜਗਦੀਆਂ। ਜੇ ਤੁਹਾਡੇ ਘਰੇ ਨੀਲੀ ਚਾਦਰ ਵੀ ਵਿਛੀ ਆ ਤੇ ਨੀਲੀ ਛਤਰੀ ਵਾਲਾ ਤਾਂ ਨਹੀਂ ਖੁਸ਼ ਹੋ ਗਿਆ ਤੁਹਾਡੇ ਤੋਂ? ਜੇ ਤੁਹਾਡੀ ਫਰਿੱਜ ਵਿੱਚ ਅੰਬ ਪਏ ਆ ਤੇ ਉਹ ਅੰਬਾਂ ਨੇ ਤੁਹਾਨੂੰ ਮੁਕਤੀ ਨਹੀਂ ਦੇਣੀ। ਜੇ ਉਹ ਦੱਸ ਵੀ ਦੇਣ ਵੀ ਤੁਹਾਡੇ ਘਰੇ ਤਾਂ ਅੰਬ ਪਏ ਆ, ਉਹ ਇਹੋ ਜਿਹੀਆਂ ਕਮਲੀਆਂ ਗੱਲਾਂ ਉਹ ਨਬੀ ਕਰਦੇ, ਝੂਠੇ ਨਬੀ ਬੈਰੀ ਦੇ। ਤੇ ਇਹੋ ਜਿਹਾ ਕਮਲ ਉਹਨਾਂ ਨੂੰ ਸੁਣਨ ਵਾਲੇ ਕੁੱਟਦੇ ਵੀ ਏਦਾਂ ਕਮੇਡੀ ਸ਼ੋਅ ਚੱਲਦਾ ਵੀ ਸਰਕਸ ਦੇਖਣ ਦੀ ਲੋੜ ਹੀ ਨਹੀਂ। ਉਹ ਕਹਿੰਦਾ ਮੈਂ ਤੁਹਾਡੇ ਘਰ 'ਚ ਵੜਦਾ, ਖੱਬੇ ਨੂੰ ਮੁੜਦਾ, ਉੱਥੇ ਨਿੰਮ ਦਾ ਬੂਟਾ ਲੱਗਾ, ਦੇ ਢੋਲ ਤੇ ਢੋਲ ਵੱਜਦਾ, ਮੋਰੇ ਕਮਲੀ ਜਨਤਾ ਨੱਚਣ ਲੱਗ ਜਾਂਦੀ। ਨਿੰਮ ਦਾ ਬੂਟਾ ਲੱਗਾ, ਇਹਦੇ 'ਚ ਨੱਚਣ ਵਾਲੀ ਕਿਹੜੀ ਗੱਲ ਆ? ਤੁਹਾਡੇ ਕਮਰੇ 'ਚ 2 ਮੰਜੇ ਪਏ, ਦੇ ਭੰਗੜੇ ਤੇ ਭੰਗੜਾ, ਦੇ ਤਾੜੀ ਤੇ ਤਾੜੀ। ਕੀ ਇਹੋ ਜਿਹਾ ਤੁਹਾਡੇ ਲਈ ਉਹਨੇ ਕਰ ਦਿੱਤਾ? ਕਿੱਦਾਂ ਤੁਹਾਨੂੰ ਸਵਰਗ ਦਾ ਟੋਕਨ ਲੈ ਦਿੱਤਾ ਵੀ ਤੁਸੀਂ ਨੱਚਣਾ ਸ਼ੁਰੂ ਕਰ ਦਿੱਤਾ? ਉਹਨੂੰ ਪੁੱਛੋ ਵੀ 2 ਮੰਜਿਆਂ ਤੇ ਬਹਿ ਕੇ ਸਵਰਗ ਨੂੰ ਜਾਣਾ ਆ ਕਿ ਫਰਿੱਜ 'ਚ ਪਏ ਅੰਬ ਚੂਪ ਕੇ ਸਵਰਗ ਨੂੰ ਜਾਣਾ? ਸਾਨੂੰ ਸਵਰਗ ਨੂੰ ਜਾਣ ਦਾ ਰਾਹ ਦੱਸ ਵੀ ਕੀ ਕਰੀਏ, ਤਾਂ ਭੰਗੜਾ ਪਾਵਾਂਗੇ। ਕਿੰਨੇ ਇਹੋ ਜਿਹੇ ਲੋਕ ਜਿਹੜੇ ਉੱਥੇ ਗਏ ਇਹੋ ਜਿਹੀਆਂ ਥਾਵਾਂ ਤੇ, ਉਹਨਾਂ ਦੇ ਲਈ ਭਵਿੱਖਬਾਣੀਆਂ ਹੋਈਆਂ ਬਈ ਤੁਸੀਂ ਜੇ ਕੈਨੇਡਾ ਨੂੰ ਚੱਲ ਜਾਣਾ, ਫਲਾਣੇ ਥਾਂ ਨੂੰ ਚੱਲ ਜਾਣਾ। ਕਈ ਤਾਂ ਤੁੱਕੇ ਨਾਲ ਚਲੇ ਵੀ ਗਏ, ਜਿਹੜੇ ਨਹੀਂ ਗਏ ਉਹ ਡੀਕਦੇ ਰਹੇ ਵੀ 3 ਮਹੀਨਿਆਂ ਦਾ ਟਾਈਮ ਦਿੱਤਾ, 4 ਮਹੀਨਿਆਂ ਦਾ ਟਾਈਮ ਦਿੱਤਾ, ਫਿਰ ਤੌੜੀ ਵਰਗਾ ਮੂੰਹ ਕਰਕੇ ਫਿਰ ਆ ਕੇ ਵੀ ਹੋਇਆ ਨਹੀਂ। ਅਸੀਂ ਕਿਹਾ ਕੀ ਹੋਇਆ? ਨਹੀਂ ਜੀ ਹੋਇਆ ਨਹੀਂ। ਮੈਂ ਕਿਹਾ ਉਦੋਂ ਤਾਂ ਬੜਾ ਭੰਗੜਾ ਪਾਉਂਦੇ ਸੀ, ਮੈਂ ਵੀ ਦੇਖਿਆ ਸੀ ਤੁਹਾਨੂੰ ਭੰਗੜਾ ਪਾਉਂਦਿਆਂ, ਵੀ ਕੈਨੇਡਾ ਦੀ ਅਨਾਉਂਸਮੈਂਟ ਹੋ ਗਈ ਆ। ਅਨਾਉਂਸਮੈਂਟ ਤੇ ਚੜ ਕੇ ਨਹੀਂ ਜਾ ਹੋਣਾ, ਤੁਹਾਨੂੰ ਪੇਪਰ ਬਣਾਉਣੇ ਹੀ ਪੈਣੇ ਆ, ਤੁਹਾਨੂੰ ਉਸ ਚੀਜ਼ ਲਈ ਐਲੀਜੀਬਲ ਹੋਣਾ ਹੀ ਪੈਣਾ ਆ। ਅਗਰ ਤੁਸੀਂ ਸਵਰਗ ਨੂੰ ਜਾਣਾ ਤੇ ਤੁਹਾਨੂੰ ਉਹ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਹੀ ਪੈਣੀਆਂ ਜਿਹੜੀਆਂ ਸਵਰਗ ਜਾਣ ਨੂੰ ਚਾਹੀਦੀਆਂ ਆ। ਹਾਲੇ ਤਾਂ ਪੀੜਾ ਦਾ ਆਰੰਭ ਹੋਇਆ, ਇਹੋ ਜਿਹੇ ਕਈ ਉੱਠਣੇ ਆ। ਤੁਸੀਂ ਇਹ ਸੋਚੋ ਵੀ ਅਗਰ ਇਹ ਢੋਂਗੀ ਲੋਕ ਇਦਾਂ ਦੇ ਕਰਦੇ ਤੇ ਜਿਹੜੇ ਇਹਨਾਂ ਦੇ ਉਸਤਾਦ ਹੋਣਗੇ ਉਹ ਕੀ ਚੰਦ ਚੜਾਉਂਦੇ ਹੋਣਗੇ। ਇਸ ਲਈ ਬੀ ਅਵੇਅਰ। ਮੈਂ ਨਹੀਂ ਕਹਿੰਦੀ, ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਮੱਤੀ 24 ਅਧਿਆਏ ਦੀ ਜਿਹੜੀ 4 ਆ 3 ਆ ਉਹਦੇ ਵਿੱਚ ਕਹਿ ਦਿੱਤਾ ਆ। ਉਹਨੇ ਕਹਿੰਦਾ ਤੁਸੀਂ ਸੁਚੇਤ ਰਹੋ, ਚੌਕਸ ਰਹੋ। ਤੁਸੀਂ ਤਾਂ ਕਹਿੰਦਾ ਤੁਸੀਂ ਐਵੇਂ ਭੱਜ ਨਾ ਉੱਠਿਓ ਵੀ ਤੁਹਾਨੂੰ ਕੋਈ ਜਣਾ ਕਹਿ ਦੇਵੇ ਉੱਥੇ ਬੜੇ ਚਮਤਕਾਰ ਹੁੰਦੇ, ਉੱਥੇ ਤਾਂ ਸਾਖਸ਼ਾਤ ਪ੍ਰਭੂ ਯਿਸੂ ਮਸੀਹ ਕੰਮ ਕਰਦੇ ਆ। ਕਹਿੰਦਾ ਮੂੰਹ ਚੱਕ ਕੇ ਤੁਰਨਾ ਪਿਓ।
ਸਾਫ਼ ਲਿਖਿਆ, ਕਹਿੰਦਾ ਤੁਹਾਨੂੰ ਜੇ ਕੋਈ ਆਖੇ ਵੇਖੋ ਮਸੀਹ ਇੱਥੇ ਆ ਜਾਂ ਉੱਥੇ ਆ, ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਤੇ ਝੂਠੇ ਨਬੀ ਉੱਠਣਗੇ ਔਰ ਅਜਿਹੇ ਵੱਡੇ ਨਿਸ਼ਾਨ ਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤੇ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਚ ਪਾ ਦਿੰਦੇ। ਅੱਗੇ ਆਪਾਂ ਦੇਖਦੇ ਹਾਂ ਬੁੱਕ ਆਫ ਜੌਨ ਦੇ ਵਿੱਚ ਉਹਦਾ ਚੈਪਟਰ ਨੰਬਰ 16, ਯੂਹੰਨਾ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਉਹਦੀ 12 ਤੇ 13 ਨੰਬਰ ਪੰਕਤੀ 'ਚ ਏਦਾਂ ਲਿਖਿਆ ਆ, ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ, ਪਰ ਜਦ ਉਹ ਅਰਥਾਤ ਸਚਾਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੇ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋ ਹੀ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਜਿਹੜੀਆਂ ਸਿਚੁਏਸ਼ਨਸ ਆਪਾਂ ਪੜ੍ਹ ਕੇ ਹਟੇ ਆ ਪਵਿੱਤਰ ਬਾਈਬਲ ਦੇ ਵਿੱਚੋਂ, ਜਿਹੜੇ ਹਾਲਾਤਾਂ ਦੇ ਬਾਰੇ ਚ ਆਪਾਂ ਪੜ੍ਹਿਆ, ਅਗਰ ਉਹੀ ਪੜ੍ਹ ਕੇ ਰੂਹ ਕੰਬਦੀ ਆ ਤਾਂ ਉਹ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਦੱਸ ਦਿੱਤੀਆਂ। ਤਾਂ ਵਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਆ ਜਿਹੜੀਆਂ ਤੁਸੀਂ ਸਹਾਰ ਨਹੀਂ ਸਕਦੇ। ਇਹਦਾ ਮਤਲਬ ਇਹਨਾਂ ਗੱਲਾਂ ਦੇ ਨਾਲੋਂ ਵੀ ਵੱਧ ਭਿਆਨਕ